ਮੈਂ ਆਪਣੀ ਗਰੀਬੀ ਤੋਂ ਤੰਗ ਆ ਚੁੱਕੀ ਸੀ। 16 ਸਾਲ ਦੀ ਉਮਰ ਤੋਂ ਹੀ ਅਮੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਹੁਣ ਥੱਕ ਚੁੱਕੀ ਸੀ। ਮੇਰੀਆਂ ਧੀਆਂ ਜਵਾਨ ਹੋ ਚੁੱਕੀਆਂ ਸਨ। ਮੈਂ ਹਰ ਸਮੇਂ ਇਹੀ ਸੋਚਦੀ ਸੀ ਕਿ ਉਹਨਾਂ ਦੀ ਕਿਸਮਤ ਵੀ ਮੇਰੀ ਤਰ੍ਹਾਂ ਹੀ ਹੋਵੇਗੀ, ਕਿ ਉਹ ਵੀ ਮੇਰੀ ਤਰ੍ਹਾਂ ਸਾਰੀ ਉਮਰ ਅਮੀਰਾਂ ਦੀ ਗੁਲਾਮੀ ਕਰਕੇ ਗੁਜ਼ਾਰ ਦੇਣਗੀਆਂ। ਪਰ ਮੈਂ ਅਜਿਹਾ ਹਰਗਿਜ਼ ਨਹੀਂ ਚਾਹੁੰਦੀ ਸੀ। ਮੈਂ ਆਪਣੀਆਂ ਧੀਆਂ ਦੀ ਕਿਸਮਤ ਬਣਾਉਣਾ ਚਾਹੁੰਦੀ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਕਾਸ਼ ਮੇਰਾ ਵਿਆਹ ਕਿਸੇ ਅਮੀਰ ਆਦਮੀ ਨਾਲ ਹੋਇਆ ਹੁੰਦਾ। ਖੈਰ, ਮੈਂ ਆਪਣੇ ਕੰਮ 'ਤੇ ਗਈ। ਮੈਂ ਇੱਕ ਅਮੀਰ ਘਰ ਵਿੱਚ ਕੰਮ ਕਰਦੀ ਸੀ। ਅੱਜ ਮੇਰੀ ਮਾਲਕਣ ਬਹੁਤ ਖੁਸ਼ ਸੀ। ਕਹਿਣ ਲੱਗੀ, ਜਲਦੀ ਜਲਦੀ ਕੰਮ ਖਤਮ ਕਰੋ, ਅੱਜ ਖਾਸ ਮਹਿਮਾਨ ਆਉਣ ਵਾਲੇ ਹਨ। ਬਹੁਤ ਸਾਰੇ ਪਕਵਾਨ ਬਣਾਏ ਗਏ। ਮਹਿਮਾਨ ਬਸ ਗਿਣਤੀ ਵਿੱਚ 3 ਹੀ ਆਏ। ਮੈਂ ਸੋਚ ਰਹੀ ਸੀ ਕਿ 3 ਜਣਿਆਂ ਲਈ ਇੰਨਾ ਖਾਣਾ, ਇੰਨੇ ਵਿੱਚ ਤਾਂ ਗਰੀਬ ਦੀ ਧੀ ਦਾ ਵਿਆਹ ਹੋ ਜਾਵੇ। ਪਤਾ ਚੱਲਿਆ ਕਿ ਮਾਲਕਣ ਦੀ ਧੀ ਪ੍ਰੀਤ ਦਾ ਵਿਆਹ ਤੈਅ ਹੋ ਗਿਆ ਸੀ। ਮੈਨੂੰ ਕਦੇ-ਕਦੇ ਉਹਨਾਂ ਦੀ ਕਿਸਮਤ 'ਤੇ ਜਲਨ ਮਹਿਸੂਸ ਹੁੰਦੀ। ਚੰਗੇ ਘਰ ਪੈਦਾ ਹੋਣਾ, ਫਿਰ ਚੰਗੇ ਘਰ ਵਿਆਹੇ ਜਾਣਾ, ਕਿੰਨੀ ਚੰਗੀ ਕਿਸਮਤ ਸੀ ਪ੍ਰੀਤ ਦੀ। ਉਹ ਇੰਨੀ ਸੋਹਣੀ ਵੀ ਨਹੀਂ ਸੀ, ਬਸ ਅਮੀਰ ਔਲਾਦ ਹੋਣ ਕਰਕੇ ਨਖਰੇ ਜ਼ਿਆਦਾ ਸਨ। ਆਪਣੇ ਪਾਪਾ ਦੀ ਜਾਨ ਸੀ। ਉਸਦੇ ਮਾਂ-ਪਿਓ ਉਸਨੂੰ ਬਹੁਤ ਪਿਆਰ ਕਰਦੇ। ਦੁਨੀਆ ਦੀ ਹਰ ਖੁਸ਼ੀ ਉਸਦੇ ਕਦਮਾਂ ਵਿੱਚ ਧਰਦੇ ਸਨ। ਮੈਂ ਘਰ ਜਾ ਕੇ ਵੀ ਆਪਣੇ ਆਪ ਨੂੰ ਕੋਸਦੀ ਰਹਿੰਦੀ। ਮੈਂ ਆਪਣੀ ਧੀ ਨੂੰ ਦੇਖਦੀ ਤਾਂ ਉਹ ਪ੍ਰੀਤ ਤੋਂ ਵੀ ਖੂਬਸੂਰਤ ਸੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਕਾਸ਼ ਪ੍ਰੀਤ ਦੀ ਬਜਾਏ ਮੇਰੀ ਧੀ ਦਾ ਵਿਆਹ ਉੱਥੇ ਹੋ ਜਾਵੇ ਤਾਂ ਸਾਡੀ ਕਿਸਮਤ ਬਦਲ ਜਾਵੇਗੀ। ਕਮਲ ਮੇਰੀ ਸਭ ਤੋਂ ਛੋਟੀ ਧੀ ਬਹੁਤ ਸੋਹਣੀ ਸੀ। ਮੈਂ ਤਾਂ ਦਿਲ ਵਿੱਚ ਇਰਾਦਾ ਕਰ ਲਿਆ ਤੇ ਦੁਆ ਕਰਨ ਲੱਗੀ ਮੈਂ ਇਸ ਇਰਾਦੇ ਨੂੰ ਕਾਮਯਾਬ ਕਰ ਸਕਾਂ। ਅਗਲੇ ਦਿਨ ਕੰਮ 'ਤੇ ਗਈ ਤਾਂ ਪਤਾ ਚੱਲਿਆ ਕਿ ਪਰਸੋਂ ਪ੍ਰੀਤ ਦਾ ਵਿਆਹ ਹੈ। ਉਹ ਬਹੁਤ ਖੁਸ਼ ਨਹੀਂ ਲੱਗ ਰਹੀ ਸੀ। ਜੋ ਆਪਣੇ ਪਿਓ ਦੇ ਘਰ ਰਾਣੀਆਂ ਦੀ ਤਰ੍ਹਾਂ ਰਹਿੰਦੀ ਹੋਵੇ, ਉਹ ਸਸੁਰਾਲ ਜਾਣ ਬਾਰੇ ਕਿਵੇਂ ਖੁਸ਼ ਹੋ ਸਕਦੀ ਸੀ। ਖੈਰ, ਮੈਂ ਪ੍ਰੀਤ ਦੇ ਕਮਰੇ ਵਿੱਚ ਗਈ ਤੇ ਕਿਹਾ ਕਿ ਮਾਲਕਿਨ, ਮੇਰੀ ਛੋਟੀ ਬੇਟੀ ਵੀ ਤੁਹਾਡਾ ਵਿਆਹ ਦੇਖਣਾ ਚਾਹੁੰਦੀ ਹੈ। ਤੁਹਾਨੂੰ ਤਾਂ ਪਤਾ ਹੈ ਅਸੀਂ ਗਰੀਬ ਹਾਂ, ਸਾਡਾ ਤਾਂ ਖਾਣਾ ਪੀਣਾ ਹੀ ਮੁਸ਼ਕਿਲ ਨਾਲ ਹੁੰਦਾ ਹੈ। ਨਵੇਂ ਕੱਪੜਿਆਂ ਬਾਰੇ ਤਾਂ ਸੋਚ ਵੀ ਨਹੀਂ ਸਕਦੇ। ਜੇ ਤੁਸੀਂ ਕੋਈ ਆਪਣਾ ਪੁਰਾਣਾ ਲਿਬਾਸ ਮੇਰੀ ਬੇਟੀ ਦੇ ਲਈ ਦੇ ਦੇਵੋ। ਪ੍ਰੀਤ ਪਹਿਲਾਂ ਵੀ ਪੁਰਾਣੇ ਕੱਪੜੇ ਦੇ ਦਿਆ ਕਰਦੀ ਸੀ। ਉਸਨੇ ਅੱਜ ਵੀ ਮੈਨੂੰ ਆਪਣੇ ਪੁਰਾਣੇ ਕੱਪੜੇ ਦੇ ਦਿੱਤੇ। ਮੈਂ ਉਸਨੂੰ ਦੁਆਵਾਂ ਦਿੰਦੀ ਹੋਈ ਉੱਥੋਂ ਉੱਠ ਖੜੀ ਹੋਈ। ਮੈਂ ਕੱਪੜੇ ਲੈ ਕੇ ਘਰ ਆ ਗਈ। ਮੇਰੀਆਂ ਬੇਟੀਆਂ ਕੱਪੜੇ ਦੇਖ ਕੇ ਬਹੁਤ ਖੁਸ਼ ਹੋਈਆਂ। ਫਿਰ ਮੈਂ ਕਮਲ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਮੈਂ ਉਸਨੂੰ ਕਿਹਾ ਕਿ ਤੈਨੂੰ ਪਤਾ ਹੈ ਤੂੰ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਸੋਹਣੀ ਹੈ। ਉਹ ਮੁਸਕਰਾ ਪਈ। ਮੈਂ ਉਸਨੂੰ ਕਿਹਾ ਕਿ ਪਰਸੋਂ ਮੇਰੀ ਮਾਲਕਣ ਦੀ ਬੇਟੀ ਦਾ ਵਿਆਹ ਹੈ। ਮੈਂ ਤੈਨੂੰ ਉੱਥੇ ਲੈ ਕੇ ਜਾਵਾਂਗੀ। ਤੂੰ ਚੰਗੀ ਤਰ੍ਹਾਂ ਤਿਆਰ ਹੋ ਜਾਵੀਂ। ਉੱਥੇ ਅਮੀਰ ਲੋਕ ਹੋਣਗੇ। ਬਸ ਤੂੰ ਕਿਸੇ ਇੱਕ ਮੁੰਡੇ ਨੂੰ ਆਪਣੇ ਮਗਰ ਲਾਉਣਾ ਹੈ ਤਾਂ ਕਿ ਤੇਰਾ ਵਿਆਹ ਵੀ ਅਮੀਰ ਲੋਕਾਂ ਵਿੱਚ ਹੋ ਜਾਵੇ। ਫਿਰ ਆਪਣੇ ਦਿਨ ਬਦਲ ਜਾਣਗੇ। ਉਹ ਹੱਸੀ ਤੇ ਕਹਿਣ ਲੱਗੀ ਕਿ ਇਹ ਤਾਂ ਮੇਰੇ ਖੱਬੇ ਹੱਥ ਦਾ ਖੇਡ ਹੈ। ਹੁਣ ਮੈਂ ਉੱਠਦੇ ਬੈਠਦੇ ਰੱਬ ਅੱਗੇ ਇਹੀ ਦੁਆ ਕਰਦੀ ਕਿ ਉੱਪਰ ਵਾਲੇ ਮੇਰੀ ਕਮਲ ਦਾ ਰਿਸ਼ਤਾ ਅਮੀਰ ਘਰਾਣੇ ਵਿੱਚ ਹੋ ਜਾਵੇ। ਵਿਆਹ ਵਾਲੇ ਦਿਨ ਮੈਂ ਉਸਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਲੈ ਗਈ। ਵਿਆਹ ਮੇਰੇ ਮਾਲਕ ਦੇ ਘਰ ਵਿੱਚ ਹੀ ਸੀ। ਮੈਂ ਹੈਰਾਨ ਸੀ ਕਿ ਅਮੀਰ ਲੋਕ ਵੱਡੇ ਪੈਲਸਾਂ ਵਿੱਚ ਵਿਆਹ ਕਰਦੇ ਹਨ। ਮਹਿਮਾਨ ਵੀ ਜ਼ਿਆਦਾ ਨਹੀਂ ਸਨ। ਮੈਂ ਆਪਣੀ ਬੇਟੀ ਨੂੰ ਕਹਿ ਦਿੱਤਾ ਕਿ ਜੋ ਵੀ ਲੜਕਾ ਤੇਰੇ ਜਾਲ ਵਿੱਚ ਫਸੇ ਉਸਨੂੰ ਫਸਾ ਲਵੀਂ। ਮੈਂ ਇੱਕ ਮਾਂ ਹੋ ਕੇ ਆਪਣੀ ਬੇਟੀ ਨੂੰ ਗਲਤ ਪਾਠ ਪੜ੍ਹਾ ਰਹੀ ਸੀ। ਮੈਂ ਪੈਸੇ ਦੇ ਲਾਲਚ ਵਿੱਚ ਅੰਨੀ ਹੋ ਚੁੱਕੀ ਸੀ। ਮੈਂ ਮਾਲਕਣ ਨਾਲ ਕਮਲ ਨੂੰ ਮਿਲਵਾਇਆ, ਇਹ ਸੋਚ ਕੇ ਕਿ ਹੋ ਸਕਦਾ ਹੈ ਖੁਸ਼ੀ ਦੇ ਮੌਕੇ 'ਤੇ ਕੁਝ ਪੈਸੇ ਦੇ ਦੇਣ। ਕਮਲ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਇਆ। ਮਾਲਕਣ ਤਾਂ ਕਮਲ ਨੂੰ ਇੱਕ ਨਜ਼ਰ ਦੇਖ ਕੇ ਅੱਗੇ ਵਧ ਗਈ। ਪੈਸੇ ਦੇਣੇ ਤਾਂ ਦੂਰ ਦੀ ਗੱਲ ਸੀ, ਉਹਨਾਂ ਨੇ ਕਮਲ ਨੂੰ ਬੁਲਾਇਆ ਤੱਕ ਨਹੀਂ। ਪਰ ਮਾਲਕ ਮੇਰੀ ਬੇਟੀ ਨੂੰ ਬੜੀ ਗਹਿਰੀ ਨਜ਼ਰ ਨਾਲ ਦੇਖ ਰਹੇ ਸੀ। ਉਹਨਾਂ ਨੇ ਮੇਰੀ ਬੇਟੀ ਦਾ ਨਾਮ ਪੁੱਛਿਆ। ਫਿਰ ਉਸਨੂੰ ਕਿਹਾ ਕਿ ਤੂੰ ਜਾ ਕੇ ਫੰਕਸ਼ਨ ਦੇਖ, ਮੈਂ ਤੇਰੀ ਮਾਂ ਨਾਲ ਕੋਈ ਗੱਲ ਕਰਨੀ ਹੈ। ਮੇਰੀ ਬੇਟੀ ਮੈਨੂੰ ਇਸ਼ਾਰਾ ਕਰਕੇ ਅੱਗੇ ਵਧ ਗਈ। ਮਾਲਕ ਮੈਨੂੰ ਇੱਕ ਪਾਸੇ ਲਿਜਾ ਕੇ ਕਹਿਣ ਲੱਗੇ ਕਿ ਤੇਰੀ ਬੇਟੀ ਬਹੁਤ ਸੋਹਣੀ ਹੈ। ਮੇਰਾ ਉਸ 'ਤੇ ਦਿਲ ਆ ਗਿਆ ਹੈ ਕਿ ਤੂੰ ਉਸਦਾ ਹੱਥ ਮੇਰੇ ਹੱਥ ਵਿੱਚ ਦੇਵੇਂਗੀ। ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਮਾਲਕ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੇਰੀ ਬੇਟੀ ਅਤੇ ਮਾਲਕ ਦੀ ਉਮਰ ਵਿੱਚ ਬਹੁਤ ਫਰਕ ਸੀ। ਮਾਲਕ ਕਹਿਣ ਲੱਗੇ ਕਿ ਮੈਂ ਇਸ ਦੇ ਬਦਲੇ ਤੈਨੂੰ ਬਹੁਤ ਪੈਸਾ ਦੇਵਾਂਗਾ। ਪੈਸੇ ਦਾ ਨਾਂ ਸੁਣ ਕੇ ਮੇਰੀਆਂ ਅੱਖਾਂ ਚਮਕ ਗਈਆਂ। ਮੈਂ ਮਾਲਕ ਦੀ ਗੱਲ ਮੰਨ ਲਈ, ਕਿਉਂਕਿ ਮੈਨੂੰ ਤਾਂ ਹਰ ਹਾਲ ਵਿੱਚ ਪੈਸਾ ਚਾਹੀਦਾ ਸੀ। ਮਾਲਕ ਕਹਿਣ ਲੱਗੇ ਕਿ ਜਾ ਆਪਣੀ ਬੇਟੀ ਨੂੰ ਤਿਆਰ ਕਰ, ਮੈਂ ਅੱਜ ਹੀ ਉਸ ਨਾਲ ਵਿਆਹ ਕਰਵਾ ਲਵਾਂਗਾ। ਮੈਂ ਕਿਹਾ, ਮਾਲਕ ਅੱਜ ਤਾਂ ਤੁਹਾਡੀ ਬੇਟੀ ਦਾ ਵਿਆਹ ਹੈ, ਫਿਰ ਮਾਲਕਣ ਨੂੰ ਪਤਾ ਚੱਲਿਆ ਤਾਂ ਉਹ ਵੀ ਹੰਗਾਮਾ ਕਰੇਗੀ। ਮਾਲਕ ਕਹਿਣ ਲੱਗੇ ਕਿ ਇਸ ਘਰ ਵਿੱਚ ਮੇਰੇ ਫੈਸਲੇ ਦੇ ਖਿਲਾਫ ਕੋਈ ਨਹੀਂ ਬੋਲਦਾ। ਮੈਂ ਪ੍ਰੀਤ ਦੇ ਵਿਆਹ ਤੋਂ ਬਾਅਦ ਹੀ ਤੇਰੀ ਬੇਟੀ ਨਾਲ ਵਿਆਹ ਕਰਾਂਗਾ। ਤੂੰ ਜਾ ਕੇ ਉਸਨੂੰ ਤਿਆਰ ਕਰ। ਪੈਸੇ ਦੇ ਲਾਲਚ ਨੇ ਮੇਰੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੀ ਕਰ ਦਿੱਤੀ ਸੀ। ਮੈਂ ਕਮਲ ਕੋਲ ਗਈ ਤੇ ਉਸਨੂੰ ਕਿਹਾ ਕਿ ਆਪਾਂ ਜਿਸ ਮਕਸਦ ਲਈ ਇੱਥੇ ਆਈਆਂ ਸੀ ਉਹ ਪੂਰਾ ਹੋ ਗਿਆ। ਉਹ ਵੀ ਸੁਣ ਕੇ ਖੁਸ਼ ਹੋ ਕੇ ਕਹਿਣ ਲੱਗੀ ਕਿ ਕਿਸ ਮੁੰਡੇ ਨੇ ਮੈਨੂੰ ਪਸੰਦ ਕੀਤਾ ਹੈ। ਮੈਂ ਕਿਹਾ, ਤੈਨੂੰ ਮੇਰੇ ਮਾਲਕ ਨੇ ਪਸੰਦ ਕੀਤਾ ਹੈ।
ਉਹ ਤੇਰੇ ਨਾਲ ਵਿਆਹ ਕਰਨਾ ਚਾਹੁੰਦੇ ਹਨ। ਮੇਰੀ ਬੇਟੀ ਕਹਿਣ ਲੱਗੀ ਕਿ ਮੈਂ ਉਸ ਬੁੱਢੇ ਨਾਲ ਵਿਆਹ ਨਹੀਂ ਕਰਾਂਗੀ, ਇਹ ਤਾਂ ਘਾਟੇ ਦਾ ਸੌਦਾ ਹੈ, ਮੈਨੂੰ ਮਨਜ਼ੂਰ ਨਹੀਂ। ਮੈਂ ਕਿਹਾ, ਪਾਗਲ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਜੇ ਤੂੰ ਮਾਲਕ ਨਾਲ ਵਿਆਹ ਕਰੇਂਗੀ ਤਾਂ ਬਹੁਤ ਜਲਦ ਸਾਰੀ ਪ੍ਰਾਪਰਟੀ ਦੀ ਮਾਲਕਣ ਬਣ ਜਾਵੇਂਗੀ, ਤੇਰੀ ਤਾਂ ਐਸ਼ ਹੋਵੇਗੀ। ਉਹਨਾਂ ਨੇ ਵਿਆਹ ਦੇ ਬਦਲੇ ਬਹੁਤ ਪੈਸਾ ਦੇਣ ਦੀ ਗੱਲ ਵੀ ਕਹੀ ਹੈ। ਜਿਸ ਦਿਨ ਮਾਲਕ ਦੀ ਮੌਤ ਹੋ ਜਾਵੇਗੀ ਉਸ ਦਿਨ ਤੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰ ਲਵੀਂ। ਮੇਰੀ ਬੇਟੀ ਵਿਆਹ ਲਈ ਤਿਆਰ ਹੋ ਗਈ। ਮੈਂ ਮਾਲਕ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗੇ ਕਿ ਬਾਜ਼ਾਰ ਤੋਂ ਮਾਲਾ ਲੈ ਆ। ਮੈਨੂੰ ਅਜੀਬ ਜਿਹਾ ਲੱਗਿਆ, ਇਸ ਕੰਮ ਲਈ ਤਾਂ ਕਿਸੇ ਨੂੰ ਹੋਰ ਵੀ ਭੇਜ ਸਕਦੇ ਸੀ, ਪਰ ਮੈਂ ਚੁੱਪਚਾਪ ਚਲੀ ਗਈ ਕਿ ਕਿਤੇ ਮਾਲਕ ਨਾਰਾਜ਼ ਨਾ ਹੋ ਜਾਵੇ। ਜਦੋਂ ਤੱਕ ਮੈਂ ਵਾਪਸ ਆਈ ਤਾਂ ਸਾਰਾ ਕੁਝ ਨਿਪਟ ਚੁੱਕਿਆ ਸੀ। ਮੈਂ ਹੈਰਾਨ ਰਹਿ ਗਈ, ਕਿਸੇ ਨੇ ਮੇਰਾ ਇੰਤਜ਼ਾਰ ਹੀ ਨਹੀਂ ਕੀਤਾ। ਮਾਲਕ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਤੂੰ ਹੁਣ ਘਰ ਜਾ। ਤੇਰੀ ਬੇਟੀ ਵਿਦਾ ਹੋ ਕੇ ਮੇਰੇ ਘਰ ਆ ਗਈ। ਮੈਂ ਆਪਣੀ ਬੇਟੀ ਨੂੰ ਮਿਲੇ ਬਿਨਾਂ ਹੀ ਮਾਲਕ ਦੇ ਕਹਿਣ 'ਤੇ ਵਾਪਸ ਆ ਗਈ। ਮੇਰੇ ਬੁੱਲ੍ਹਾਂ 'ਤੇ ਮੁਸਕਰਾਹਟ ਸੀ, ਕਿਉਂਕਿ ਮੇਰਾ ਪਲਾਨ ਕਾਮਯਾਬ ਹੋ ਗਿਆ ਸੀ। ਮੈਂ ਉਸ ਬੰਗਲੇ 'ਤੇ ਰਾਜ ਕਰਨ ਦੇ ਸੁਪਨੇ ਦੇਖਣ ਲੱਗੀ, ਪਲਾਨ ਬਣਾਉਣ ਲੱਗੀ ਕਿ ਕਿਸ ਤਰ੍ਹਾਂ ਮਾਲਕਣ ਦਾ ਤਲਾਕ ਕਰਾਉਣਾ ਹੈ। ਘਰ ਤੱਕ ਪਹੁੰਚਦੇ ਨਾ ਜਾਣੇ ਮੈਂ ਕਿੰਨਾ ਕੁਝ ਸੋਚ ਲਿਆ। ਘਰ ਪਹੁੰਚੀ ਤਾਂ ਸਾਰੇ ਕਮਲ ਬਾਰੇ ਪੁੱਛਣ ਲੱਗੇ। ਮੈਂ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ। ਸਭ ਕੁਝ ਸੁਣ ਕੇ ਮੇਰੇ ਪਤੀ ਦੇ ਮੱਥੇ 'ਤੇ ਵਲ ਪੈ ਗਏ। ਉਹ ਗੁੱਸੇ ਵਿੱਚ ਕਹਿਣ ਲੱਗੇ ਕਿ ਬਦਦਮਾਗ ਔਰਤ, ਤੂੰ ਫੁੱਲ ਵਰਗੀ ਬੱਚੀ ਦਾ ਵਿਆਹ ਬੁੱਢੇ ਨਾਲ ਕਰਕੇ ਆ ਗਈ। ਲਾਲਚ ਵਿੱਚ ਅੰਨੀ ਹੋ ਚੁੱਕੀ ਹੈ ਤੂੰ। ਮੈਂ ਆਪਣੇ ਪਤੀ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਚੁੱਪਚਾਪ ਲੇਟ ਗਈ, ਪਰ ਖੁਸ਼ੀ ਵਿੱਚ ਸਾਰੀ ਰਾਤ ਨੀਂਦ ਨਾ ਆਈ। ਸਵੇਰ ਹੋਈ ਤਾਂ ਮੈਂ ਬੰਗਲੇ ਵੱਲ ਚੱਲ ਪਈ। ਜਿਵੇਂ ਹੀ ਅੰਦਰ ਗਈ ਤਾਂ ਹੱਕੀ ਬੱਕੀ ਰਹਿ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਲਾਲਚ ਕਰਕੇ ਮੈਂ ਡੁੱਬ ਚੁੱਕੀ ਸੀ। ਮਾਲਕ ਦੀ ਬੇਟੀ ਪ੍ਰੀਤ ਉਸੇ ਘਰ ਵਿੱਚ ਸੀ ਜਦੋਂ ਕਿ ਉਸਦਾ ਤਾਂ ਕੱਲ੍ਹ ਵਿਆਹ ਹੋਇਆ ਸੀ, ਪਰ ਮੈਨੂੰ ਮੇਰੀ ਬੇਟੀ ਕਮਲ ਕਿਤੇ ਨਜ਼ਰ ਨਾ ਆਈ। ਮੈਂ ਸਿੱਧਾ ਮਾਲਕ ਕੋਲ ਪਹੁੰਚ ਗਈ ਤੇ ਗੁੱਸੇ ਵਿੱਚ ਪੁੱਛਿਆ ਕਿ ਮੇਰੀ ਬੇਟੀ ਕਿੱਥੇ ਹੈ, ਤਾਂ ਉਹਨਾਂ ਦੇ ਚਿਹਰੇ 'ਤੇ ਸ਼ੈਤਾਨੀ ਮੁਸਕਰਾਹਟ ਆ ਗਈ ਤੇ ਕਹਿਣ ਲੱਗੇ ਕਿ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ, ਮੈਂ ਆਪਣੀ ਬੇਟੀ ਪ੍ਰੀਤ ਨੂੰ ਬਹੁਤ ਪਿਆਰ ਕਰਦਾ ਹਾਂ। ਉਸ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹਾਂ। ਉਹ ਇੱਕ ਮੁੰਡੇ ਨੂੰ ਪਸੰਦ ਕਰਦੀ ਸੀ, ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਮੈਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਪਰ ਇਸੇ ਦੌਰਾਨ ਇੱਕ ਮਸਲਾ ਹੋ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਮੈਂ ਜਿੰਨਾ ਵੀ ਗੈਰ ਕਾਨੂੰਨੀ ਧਨ ਜਮ੍ਹਾਂ ਕੀਤਾ ਸੀ ਉਹ ਕਾਨੂੰਨ ਦੀ ਨਜ਼ਰ ਵਿੱਚ ਆ ਗਿਆ। ਕਾਨੂੰਨ ਦੀਆਂ ਅੱਖਾਂ ਬੰਦ ਕਰਨ ਲਈ ਮੈਨੂੰ ਆਪਣੀ ਬੇਟੀ ਦੀ ਕੁਰਬਾਨੀ ਦੇਣੀ ਪੈਣੀ ਸੀ। ਪੁਲਿਸ ਦੇ ਇੱਕ ਅਫਸਰ ਨਾਲ ਉਸ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਜੋ ਇਸ ਤੋਂ ਉਮਰ ਵਿੱਚ ਵੱਡਾ ਸੀ। ਮੈਂ ਆਪਣੀ ਬੇਟੀ ਦਾ ਸੌਦਾ ਕਰ ਦਿੱਤਾ। ਮੇਰੀ ਬੇਟੀ ਕਹਿ ਰਹੀ ਸੀ ਕਿ ਜੇ ਮੇਰਾ ਇਹ ਵਿਆਹ ਹੋਇਆ ਤਾਂ ਮੈਂ ਆਪਣੀ ਜਾਨ ਲੈ ਲਵਾਂਗੀ। ਹੁਣ ਮੈਂ ਮੁਸੀਬਤ ਵਿੱਚ ਫਸ ਚੁੱਕਿਆ ਸੀ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ ਸੀ। ਉਸ ਦਿਨ ਜਦੋਂ ਤੇਰੀ ਬੇਟੀ ਨੂੰ ਦੇਖਿਆ ਤਾਂ ਮੈਂ ਉਸ ਅਫਸਰ ਨੂੰ ਤੇਰੀ ਬੇਟੀ ਦਿਖਾਈ ਤਾਂ ਉਸ ਨੂੰ ਬਹੁਤ ਪਸੰਦ ਆਈ, ਕਿਉਂਕਿ ਤੇਰੀ ਬੇਟੀ ਮੇਰੀ ਪ੍ਰੀਤ ਤੋਂ ਵੀ ਜ਼ਿਆਦਾ ਸੋਹਣੀ ਸੀ। ਜਦੋਂ ਤੂੰ ਰਾਜ਼ੀ ਹੋ ਗਈ ਤਾਂ ਮੈਂ ਉਹਨਾਂ ਦਾ ਵਿਆਹ ਕਰਵਾ ਦਿੱਤਾ। ਜਿਸ ਅਫਸਰ ਨਾਲ ਮੇਰੀ ਬੇਟੀ ਦਾ ਵਿਆਹ ਹੋਣਾ ਸੀ ਉਸ ਨਾਲ ਤੇਰੀ ਬੇਟੀ ਦਾ ਵਿਆਹ ਕਰਵਾ ਦਿੱਤਾ। ਮੇਰਾ ਸਾਰਾ ਮਸਲਾ ਹੱਲ ਹੋ ਗਿਆ। ਮੇਰੀ ਬੇਟੀ ਵੀ ਖੁਸ਼ ਹੈ। ਮੈਂ ਤੈਨੂੰ ਉਸ ਦਾ ਟਿਕਾਣਾ ਤਾਂ ਨਹੀਂ ਦੱਸ ਸਕਦਾ, ਪਰ ਤੈਨੂੰ ਪੈਸੇ ਜ਼ਰੂਰ ਦੇ ਸਕਦਾ ਹਾਂ। ਮਾਲਕ ਨੇ ਮੈਨੂੰ ਢੇਰ ਸਾਰੇ ਪੈਸੇ ਦੇ ਦਿੱਤੇ। ਮੈਂ ਉਹਨਾਂ ਅਮੀਰ ਲੋਕਾਂ ਨਾਲ ਲੜ ਤਾਂ ਨਹੀਂ ਸਕਦੀ ਸੀ, ਇਸ ਲਈ ਪੈਸੇ ਲੈ ਕੇ ਘਰ ਆ ਗਈ। ਘਰ ਆ ਕੇ ਸਭ ਸੱਚ ਦੱਸਿਆ ਤਾਂ ਪਤੀ ਕਹਿਣ ਲੱਗਿਆ ਕਿ ਤੂੰ ਮੇਰੀ ਬੇਟੀ ਨਾਲ ਬਹੁਤ ਗਲਤ ਕੀਤਾ ਹੈ। ਨਾ ਜਾਣੇ ਉਹ ਕਿੱਥੇ ਕਿੱਥੇ ਜਲੀਲ ਹੋਵੇਗੀ। ਉਸ ਦੀ ਜ਼ਿੰਦਗੀ ਠੋਕਰਾਂ ਨਾਲ ਭਰ ਦਿੱਤੀ ਜੇ ਉਸ ਆਦਮੀ ਨੇ ਉਸ ਨੂੰ ਅੱਗੇ ਵੇਚ ਦਿੱਤਾ। ਮੈਂ ਫੁੱਟ ਕੇ ਰੋਣ ਲੱਗੀ। ਕੋਈ ਰਸਤਾ ਨਹੀਂ ਬਚਿਆ ਸੀ ਉਸ ਨੂੰ ਵਾਪਸ ਲਿਆਉਣ ਦਾ, ਕਿਉਂਕਿ ਉਹਨਾਂ ਨਾਲ ਕੌਣ ਮੁਕਾਬਲਾ ਕਰ ਸਕਦਾ ਸੀ। ਅੱਜ ਇਸ ਗੱਲ ਨੂੰ ਪੂਰੇ 2 ਸਾਲ ਬੀਤ ਗਏ। ਮਾਲਕ ਦੇ ਦਿੱਤੇ ਪੈਸਿਆਂ ਨਾਲ ਸਾਡੀ ਜ਼ਿੰਦਗੀ ਤਾਂ ਬਦਲ ਗਈ, ਪਰ ਮੈਨੂੰ ਇਹ ਪੈਸੇ ਹਮੇਸ਼ਾ ਚੁਭਦੇ ਹਨ। ਅਜਿਹਾ ਲੱਗਦਾ ਹੈ ਕਿ ਕਮਲ ਦੇ ਖੂਨ ਬਦਲੇ ਮਿਲੇ ਪੈਸੇ ਹਨ। ਇਹ ਪੈਸੇ ਖਾਤਰ ਮੈਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਉਸ ਨੂੰ ਹਮੇਸ਼ਾ ਲਈ ਖੋ ਦਿੱਤਾ ਸੀ। ਮਾਲਕ ਦਾ ਕਹਿਣਾ ਸੀ ਕਿ ਉਹ ਉਸ ਆਦਮੀ ਨਾਲ ਦੂਜੇ ਦੇਸ਼ ਚਲੀ ਗਈ ਹੈ। ਮੈਂ ਤੈਨੂੰ ਤੇਰੀ ਬੇਟੀ ਦੀ ਕੀਮਤ ਦੇ ਚੁੱਕਿਆ ਹਾਂ, ਇਸ ਲਈ ਉਸ ਨੂੰ ਭੁੱਲ ਜਾ। ਮੇਰੀ ਬੇਟੀ ਮੈਨੂੰ ਕਦੇ ਨਹੀਂ ਮਿਲੀ। ਹੁਣ ਮੈਂ ਰੋ ਕੇ ਰੱਬ ਤੋਂ ਭੀਖ ਮੰਗਦੀ ਹਾਂ ਕਿ ਮੇਰੀ ਬੱਚੀ ਮੈਨੂੰ ਵਾਪਸ ਮਿਲ ਜਾਵੇ। ਮੈਂ ਲਾਲਚ ਵਿੱਚ ਅੰਨੀ ਹੋ ਕੇ ਆਪਣੀ ਧੀ ਦਾ ਸੌਦਾ ਕੀਤਾ, ਪਰ ਕਿਸਮਤ ਨੇ ਮੇਰੇ ਨਾਲ ਦੂਰਾ ਖੇਡ ਖੇਡਿਆ ਜਿਸ ਦੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ। ਆਪਣੀ ਬੇਟੀ ਨੂੰ ਦੇਖਣ ਲਈ ਉਸ ਨੂੰ ਗਲੇ ਲਾਉਣ ਨੂੰ ਬੜਾ ਦਿਲ ਕਰਦਾ ਹੈ, ਪਰ ਪਤਾ ਨਹੀਂ ਉਹ ਕਿਸ ਹਾਲ ਵਿੱਚ ਕਿੱਥੇ ਹੋਵੇਗੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।